सत श्री अकाल दोस्तों, क्लिक स्टडी ਤੁਹਾਡਾ बहुत स्वागत है। इस वीडियो ਵਿੱਚ ਆਪਾਂ डिस्कस करांगे पंजाब PCS ਦੇ 2018 ਦੇ पेपर ਵਿੱਚ आए इंडियन हिस्टरी ਦੇ क्वेश्चंस बारे। ਜੇ ਤੁਹਾਨੂੰ ਇਸ ਲੈਕਚਰ ਦੀ PDF ਚਾਹੀਦੀ ਹੈ ਤਾਂ ਸਾਡੇ ਟੈਲੀਗ੍ਰਾਮ ਚੈਨਲ ਤੇ ਜਾ ਸਕਦੇ ਹੋ ਤੇ ਜੇ ਤੁਹਾਨੂੰ ਕੋਈ ਵੀ ਡਾਊਟ ਹੈ ਸਾਨੂੰ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਕਰ ਸਕਦੇ ਹੋ। ਗੱਲ ਕਰਦੇ ਹਾਂ 2018 ਦੇ ਪ੍ਰੀ ਦੇ ਕੁਐਸਚਨ ਪੇਪਰ ਦੀ, ਤਾਂ ਉਹਨੇ ਸਬਜੈਕਟ ਡਿਸਟ੍ਰੀਬਿਊਸ਼ਨ ਦਿੱਤੀ ਹੋਈ ਹੈ ਉਰੇ। ਤੇ ਜੇ ਗੱਲ ਕਰੀਏ ਆਪਾਂ ਇੰਡੀਅਨ ਹਿਸਟਰੀ ਦੀ ਤਾਂ 12% ਪੇਪਰ ਇੰਡੀਅਨ ਹਿਸਟਰੀ ਵਿੱਚੋਂ ਆਇਆ ਸੀ। ਦੈਨ ਆਪਾਂ ਗੱਲ ਕਰੀਏ ਕਿ ਇੰਡੀਅਨ ਹਿਸਟਰੀ ਦੇ ਈਅਰ ਵਾਈਜ਼ ਕੁਐਸਚਨਸ ਦੀ, ਤਾਂ 2013 ਦੇ ਵਿੱਚ 13 ਕੁਐਸਚਨਸ ਆਏ ਸੀ, 2015 ਦੇ ਵਿੱਚ 11 ਤੇ 2018 ਦੇ ਵਿੱਚ 12 ਕੁਐਸਚਨਸ ਆਏ ਸੀ ਇੰਡੀਅਨ ਹਿਸਟਰੀ ਦੇ ਵਿੱਚੋਂ। ਤਾਂ ਗੱਲ ਕਰਦੇ ਹਾਂ ਕੁਐਸਚਨਸ ਦੀ, ਤਾਂ ਫਸਟ ਕੁਐਸਚਨ ਹੈ ਹੜੱਪਨ ਸੀਲਸ ਵਰ ਮੇਡ ਮੋਸਟਲੀ ਆਫ। ਜਿਹੜੀ ਆਪਣੀ ਇੰਦਸ ਵੈਲੀ ਸਿਵਲਾਈਜੇਸ਼ਨ ਸੀ ਉੱਥੇ ਜਿਹੜੀਆਂ ਸੀਲਸ ਮਿਲਦੀਆਂ ਨੇ ਉਹ ਜਨਰਲੀ ਕਾਹਦੀਆਂ ਬਣੀਆਂ ਹੁੰਦੀਆਂ ਨੇ, ਤਾਂ ਜਨਰਲੀ ਬਣੀਆਂ ਹੋਈਆਂ ਸੀ ਸਟੀਲਾਈਟ ਦੀਆਂ। ਤਾਂ ਇਹ ਸਟੀਲਾਈਟ ਹੈ ਜਿਹੜਾ ਇਹ ਸੌਫਟ ਰੌਕ ਹੁੰਦੀ ਇੱਕ ਤਰੀਕੇ ਦੀ। ਗੱਲ ਕਰਦੇ ਆਪਾਂ ਹੜੱਪਨ ਸੀਲਸ ਦੀ, ਮੋਸਟ ਆਫ ਦੀ ਹੜੱਪਨ ਸੀਲਸ ਵਰ ਮੇਡ ਆਫ ਸਟੀਟਾਈਟ ਵਿਚ ਇਜ਼ ਕਾਈਂਡ ਆਫ ਅ ਸੌਫਟ ਸਟੋਨ। ਕਿ ਸੌਫਟ ਹੁੰਦਾ, ਨਰਮ ਹੁੰਦਾ ਅਤੇ ਇਹਨੂੰ ਕਿਵੇਂ ਵੀ ਕੱਟਿਆ ਤਰਾਸ਼ਿਆ ਜਾ ਸਕਦਾ ਹੈ। ਤੁਸੀਂ ਦੇਖ ਸਕਦੇ ਹੋ ਇੱਕ ਹੜੱਪਨ ਸੀਲ। A few of them were also made of terracotta, gold, agate, chert, ivory and fines। ਤੇ ਉਸ ਤੋਂ ਇਲਾਵਾ ਕੁਛ ਹੋਰ ਮਟੀਰੀਅਲਸ ਦੀਆਂ ਧਾਤੂਆਂ ਦੀਆਂ ਵੀ ਆਪਾਂ ਨੂੰ ਹੜੱਪਨ ਸੀਲਸ ਮਿਲਦੀਆਂ ਨੇ। The standard ਹੜੱਪਨ ਸੀਲ was square in shape with a 2x2 dimension। ਤੇ 2x2 ਦੀ ਸਟੈਂਡਰਡ ਸ਼ੇਪ ਸੀ ਇਹਨਾਂ ਦੀ, ਜਨਰਲੀ ਉਸੇ ਸਾਈਜ਼ 'ਚ ਮਿਲਦੀਆਂ ਸੀ। It is believed that the seals were used for commercial purposes। ਜਨਰਲੀ ਜਿਹੜੀਆਂ ਇਹ ਸੀਲਸ ਸੀ ਇਹ ਸਾਰੀਆਂ ਕਮਰਸ਼ੀਅਲ ਪਰਪਸ ਵਾਸਤੇ, ਵਪਾਰ ਕਰਨ ਵਾਸਤੇ ਯੂਜ਼ ਕੀਤੀਆਂ ਜਾਂਦੀਆਂ ਸੀ। ਦੈਨ ਨੈਕਸਟ ਕੁਐਸਚਨ ਹੈ ਦ ਲੀਡਰ ਆਫ ਅ ਜੈਨ ਗਨਾ ਵਾਜ਼ ਨੋਨ ਐਸ। ਜਿਹੜਾ ਜੈਨਾਂ ਦਾ ਗਨ ਹੁੰਦੇ ਨੇ ਉਹਨਾਂ ਦਾ ਲੀਡਰ ਕੌਣ ਹੁੰਦਾ? ਉਹਨਾਂ ਲੀਡਰ ਹੁੰਦਾ ਗਨਾਦਰ। ਆਨਸਰ ਆਏਗਾ ਬੀ। ਹੁਣ ਜੈਨਿਜ਼ਮ ਦੀ ਜੇ ਗੱਲ ਕਰੀਏ ਤਾਂ ਜਿਹੜਾ ਚੀਫ ਡਿਸਿਪਲ ਹੁੰਦਾ ਤੀਰਥੰਕਰ ਦਾ, ਜਿਹੜਾ ਹੈੱਡ ਹੁੰਦਾ ਤੀਰਥੰਕਰ। ਜਿਹੜਾ ਉਸਦਾ ਸਭ ਤੋਂ ਫੇਵਰੇਟ ਚੇਲਾ ਹੁੰਦਾ ਜਾਂ ਚੀਫ ਡਿਸਿਪਲ ਹੁੰਦਾ ਉਹਨੂੰ ਕਹਿੰਦੇ ਆ ਗਨਾਦਰ। ਇਨ ਸਮਵਸਰਨ ਦਾ ਤੀਰਥੰਕਰ ਸੈਟ ਔਨ ਅ ਥਰੋਨ ਵਿਦਾਊਟ ਟੱਚਿੰਗ ਇਟ। ਜਿਹੜਾ ਤੀਰਥੰਕਰ ਹੈ ਉਹ ਥਰੋਨ ਦੇ ਉੱਤੇ ਬੈਠਦਾ ਹੈ ਪਰ ਉਹਨੂੰ ਟੱਚ ਨਹੀਂ ਕਰਦਾ, ਅਤੇ ਤੀਰਥੰਕਰ ਦੇ ਅਰਾਊਂਡ ਬਹਿੰਦਾ ਗਨਾਦਰਸ। ਅਕੋਰਡਿੰਗ ਟੂ ਦਿਗੰਬਰ ਟ੍ਰੈਡੀਸ਼ਨ ਓਨਲੀ ਅ ਡਿਸਿਪਲ ਆਫ ਐਕਸੈਪਸ਼ਨਲ ਬ੍ਰਿਲੀਅੰਸ ਐਂਡ ਅਕੰਪਲਿਸ਼ਮੈਂਟ ਇਜ਼ ਏਬਲ ਟੂ ਫੁਲੀ ਅਸਿਮੀਲੇਟ ਦੀ ਅਨੇਕਾਂਤ ਟੀਚਿੰਗਸ ਆਫ ਅ ਤੀਰਥੰਕਰ। ਜਿਹੜਾ ਜੈਨਿਜ਼ਮ ਹੈ ਉਹ ਅਨੇਕਤਾਵਾਦ ਥਿਊਰੀ ਦੇ ਉੱਤੇ ਹੈ, ਅਨੇਕਾਂਤ ਥਿਊਰੀ ਦੇ ਉੱਤੇ ਹੈ ਕਿ ਹਰੇਕ ਚੀਜ਼ ਦੀਆਂ ਮਲਟੀਪਲ ਡਾਇਮੈਂਸ਼ਨਸ ਹੁੰਦੇ ਨੇ, ਮਲਟੀਪਲ ਤਰੀਕਿਆਂ ਨਾਲ ਉਹਨੂੰ ਦੇਖਿਆ ਜਾ ਸਕਦਾ ਹੈ। ਤਾਂ ਉਹ ਕਹਿੰਦੇ ਵੀ ਉਹੀ ਪਰਸਨ ਬਣ ਸਕਦਾ ਹੈ ਗਨਾਦਰ ਜਿਹਦੇ ਵਿੱਚ ਬਹੁਤ ਜ਼ਿਆਦਾ ਐਕਸੈਪਸ਼ਨਲ ਬ੍ਰਿਲੀਅੰਸ ਹੋਵੇ ਅਤੇ ਬਹੁਤ ਜ਼ਿਆਦਾ ਐਕਸੈਪਸ਼ਨਲ ਨੌਲੇਜ ਹੋਵੇ ਜਿਹਨੂੰ। ਦੈਨ ਨੈਕਸਟ ਕੁਐਸਚਨ ਆਇਆ ਹੈ ਇਬਨ ਬਤੂਤਾ ਦੇ ਉੱਤੇ। ਤਾਂ 2015 ਦੇ ਆਪਾਂ ਪੇਪਰ ਦੇ ਦੌਰਾਨ ਵੀ ਆਪਾਂ ਡਿਸਕਸ ਕਰੇ ਸੀ ਕੁਝ ਇੰਪੋਰਟੈਂਟ ਟਰੈਵਲਰਸ। ਤਾਂ ਇਹਨਾਂ ਨੇ ਕਿਹਾ ਦ ਫੇਮਸ ਮੁਸਲਿਮ ਐਕਸਪਲੋਰਰ ਹੂ ਕੇਮ ਟੂ ਇੰਡੀਆ ਡਿਊਰਿੰਗ ਦੀ ਟਾਈਮਸ ਆਫ ਮੁਹੰਮਦ ਬਿਨ ਤੁਗਲਕ ਦੇ ਟਾਈਮ 'ਤੇ ਜਿਹੜਾ ਬੰਦਾ ਆਇਆ ਸੀ ਇਬਨ ਬਤੂਤਾ, ਉਹ ਕਿਹੜੇ ਦੇਸ਼ ਨਾਲ ਲਿੰਕਡ ਹੈ? ਇਬਨ ਬਤੂਤਾ ਕਿਹੜੇ ਦੇਸ਼ ਤੋਂ ਇੰਡੀਆ ਦੇ ਵਿੱਚ ਆਇਆ ਸੀ? ਤਾਂ ਇਸ ਦਾ ਆਨਸਰ ਹੈ ਮੋਰੋਕੋ। ਇਹ ਆਪਾਂ ਨੇ ਡਿਸਕਸ ਕੀਤਾ ਸੀ 2015 ਦੇ ਪੇਪਰ ਦੇ ਟਾਈਮ ਵੀ। ਗੱਲ ਕਰਦੇ ਹਾਂ ਇਬਨ ਬਤੂਤਾ ਦੀ, ਤਾਂ ਇਹਦਾ ਬਰਥ ਹੋਇਆ ਸੀ ਟੈਂਜੀਅਰ ਦੇ ਵਿੱਚ, ਜਿਹੜਾ ਅੱਜ ਦੇ ਟਾਈਮ 'ਚ ਮੋਰੋਕੋ ਦਾ ਪਾਰਟ ਹੈ। ਔਨ ਫਰਵਰੀ 25, 1304 1304 ਦੇ ਵਿੱਚ। ਓਵਰ ਅ ਪੀਰੀਅਡ ਆਫ 30 years ਇਬਨ ਬਤੂਤਾ ਵਿਜ਼ਿਟਡ ਮੋਸਟ ਆਫ ਦੀ ਇਸਲਾਮਿਕ ਵਰਲਡ ਐਂਡ ਮੈਨੀ ਨੌਨ ਮੁਸਲਿਮ ਲੈਂਡਸ ਇੰਕਲੂਡਿੰਗ ਸੈਂਟਰਲ ਏਸ਼ੀਆ, ਸਾਊਥ ਈਸਟ ਏਸ਼ੀਆ, ਇੰਡੀਆ ਐਂਡ ਚਾਈਨਾ। ਤਾਂ ਇਹਨੇ 30 ਸਾਲ ਟਰੈਵਲਿੰਗ ਕੀਤੀ ਅਤੇ ਬਹੁਤ ਸਾਰੇ ਮੁਸਲਿਮ ਦੇਸ਼ ਅਤੇ ਨੌਨ ਮੁਸਲਿਮ ਦੇਸ਼ ਜਿਵੇਂ ਇੰਡੀਆ ਚਾਈਨਾ ਨੂੰ ਵੀ ਟਰੈਵਲ ਕੀਤਾ। ਨੀਅਰ ਦ ਐਂਡ ਆਫ ਹਿਜ਼ ਲਾਈਫ ਹੀ ਡਿਕਟੇਟਿਡ ਐਨ ਅਕਾਊਂਟ ਔਨ ਹਿਜ਼ ਜਰਨੀਜ਼ ਟਾਈਟਲ। ਤਾਂ ਉਹਨੇ ਇੱਕ ਅਕਾਊਂਟ ਲਿਖਿਆ ਜਿਹਦਾ ਟਾਈਟਲ ਸੀ, ਇਹ ਟਾਈਟਲ ਇੰਪੋਰਟੈਂਟ ਹੈ, ਇਸ ਕੁਐਸਚਨ ਪੁੱਛਿਆ ਜਾ ਸਕਦਾ ਹੈ। ਅ ਗਿਫਟ ਟੂ ਦੋਜ਼ ਹੂ ਕੰਟੈਂਪਲੇਟ ਦੀ ਵੰਡਰਸ ਆਫ ਸਿਟੀਜ਼ ਐਂਡ ਦੀ ਮਾਰਵਲਸ ਆਫ ਟਰੈਵਲਿੰਗ। ਤਾਂ ਬੁੱਕ ਸੀ ਜਿਸ ਦਾ ਟਾਈਟਲ ਹੈ ਅ ਗਿਫਟ ਟੂ ਦੋਜ਼ ਹੂ ਕੰਟੈਂਪਲੇਟ ਦੀ ਵੰਡਰਸ ਆਫ ਸਿਟੀਜ਼ ਐਂਡ ਦੀ ਮਾਰਵਲਸ ਆਫ ਟਰੈਵਲਿੰਗ। ਤਾਂ ਇਹ ਬੁੱਕ ਲਿਖਵਾਈ ਉਸਨੇ ਜਿਹਦੇ ਵਿੱਚ ਉਸਨੇ ਆਪਣੇ ਸਾਰੇ ਅਕਾਊਂਟਸ ਲਿਖੇ ਟਰੈਵਲਿੰਗ ਦੇ। ਦ ਨੈਕਸਟ ਕੁਐਸਚਨ ਹੈ who was the Persian appointed by the Ashok to administer the western province। ਤਾਂ ਜਿਹੜੇ ਮੌਰੀਅਨ ਅੰਪਾਇਰ ਦੇ ਟਾਈਮ 'ਤੇ ਅਸ਼ੋਕਾ ਦਾ ਜੋ ਰਾਜ ਸੀ, ਤਾਂ ਜਿਹੜੀ ਉਹਦੀ ਵੈਸਟਰਨ ਪ੍ਰੋਵਿੰਸ ਸੀ ਉੱਥੇ ਉਹਨੂੰ ਕਿਹੜੇ ਪਰਸ਼ੀਅਨ ਨੂੰ ਲਗਾਇਆ ਐਜ਼ ਅ ਐਡਮਿਨਿਸਟ੍ਰੇਟਰ।
ਤਾਂ ਇਸ ਦਾ ਆਨਸਰ ਆਊਗਾ ਤੁਸ਼ਾਪਾ। ਜੇ ਆਪਾਂ ਤੁਸ਼ਾਪਾ ਦੀ ਗੱਲ ਕਰੀਏ ਤਾਂ ਜਿਹੜਾ ਤੁਸ਼ਾਪਾ ਸੀ ਵਾਜ਼ ਅ ਯਵਨ ਰਾਜ। ਯਵਨ ਰਾਜ ਮਤਲਬ ਗ੍ਰੀਕ ਕਿੰਗ ਜਾਂ ਫਿਰ ਪਰਸ਼ੀਅਨ ਕਿੰਗ ਸੀ, ਇੰਡੀਆ ਦਾ ਲੋਕਲ ਬੰਦਾ ਨਹੀਂ ਸੀ। ਫॉर द ਐਂਪਰਰ ਅਸ਼ੋਕਾ ਇਨ ਦੀ ਏਰੀਆ ਆਫ ਗਿਰਨਾਰ ਨੀਅਰ ਜੂਨਾਗੜ੍ਹ ਇਨ ਗੁਜਰਾਤ। ਗੁਜਰਾਤ ਦੇ ਵਿੱਚ ਜਿਹੜੀ ਵੈਸਟਰਨ ਪ੍ਰੋਵਿੰਸ ਪੈਂਦੀ ਸੀ ਮੌਰੀਅਨਸ ਦੀ, ਉੱਥੇ ਉਹਨੂੰ ਐਡਮਿਨਿਸਟ੍ਰੇਟਰ ਬਣਾਇਆ ਸੀ। ਹੀ ਇਜ਼ ਓਨਲੀ ਨੋਨ ਫਰੋਮ ਦੀ ਜੂਨਾਗੜ੍ਹ ਰੌਕ ਇਨਸਕ੍ਰਿਪਸ਼ਨ ਆਫ ਰੁਦਰਦਾਮ। ਜਿਹੜਾ ਰੁਦਰਦਾਮ ਸੀ ਉਹਨੇ ਇੱਕ ਜੂਨਾਗੜ੍ਹ ਦੇ ਵਿੱਚ ਆਪਣੀ ਇੱਕ ਇਨਸਕ੍ਰਿਪਸ਼ਨ ਬਣਵਾਈ ਸੀ ਜਿਹਦੇ ਵਿੱਚ ਕੁਛ ਲਿਖਿਆ ਸੀ, ਤਾਂ ਉਹਦੇ ਵਿੱਚ ਉਹਨੇ ਮੈਂਸ਼ਨ ਕੀਤਾ ਸੀ ਨਾਮ ਤੁਸ਼ਾਪਾ ਦਾ। ਕਿੰਗ ਰੁਦਰਦਮਨ ਰਾਈਟਿੰਗ ਇਨ 150th ਸੈਂਚੁਰੀ CE AD ਜਿਹਨੂੰ ਕਹਿ ਸਕਦੇ ਹੋ, ਮੈਂਸ਼ਨਸ ਹਿਜ਼ ਰੋਲ ਇਨ ਕੰਸਟਰਕਸ਼ਨ ਆਫ ਅ ਲੋਕਲ ਡੈਮ ਇਨ ਵਿਚ ਹੀ ਐਡਿਡ ਏ ਕਨਾਲ ਡਿਊਰਿੰਗ ਦੀ ਰੇਨ ਆਫ ਅਸ਼ੋਕਾ। ਤਾਂ ਉਹਨੇ ਇੱਕ ਡੈਮ ਦੇ ਕੰਸਟਰਕਸ਼ਨ ਦੀ ਗੱਲ ਕੀਤੀ ਸੀ ਜਿਹੜੇ ਵਿੱਚ ਕਨਾਲਸ ਬਣਾਈਆਂ ਸੀ ਉਸ ਟਾਈਮ ਤੁਸ਼ਾਪਾ ਨੇ। ਮਤਲਬ ਤੁਸ਼ਾਪਾ ਪਹਿਲਾਂ ਸੀ, ਉਹਨੇ ਪਹਿਲਾਂ ਕਨਾਲਸ ਬਣਾਈਆਂ ਸੀ, ਪਰ ਉਹਦੇ ਬਾਰੇ ਲਿਖਿਆ ਕਿੰਗ ਰੁਦਰਦਮਨ ਨੇ। ਦੈਨ ਨੈਕਸਟ ਕੁਐਸਚਨ ਇਹ ਹੈ ਕੁੰਵਰ ਸਿੰਘ ਵਾਜ਼ ਅ ਲੀਡਰ ਆਫ ਦੀ ਰਿਵੋਲਟ ਆਫ 1857 ਇਨ ਵਿਚ ਆਫ ਦੀ ਫੋਲੋਇੰਗ ਸਟੇਟਸ। ਤਾਂ 1857 ਦਾ ਜਿਹੜਾ ਰਿਵੋਲਟ ਹੋਇਆ ਉਹਦੇ ਵਿੱਚ ਕੁੰਵਰ ਸਿੰਘ ਸੀ, ਤਾਂ ਉਹ ਕਿਹੜੀ ਸਟੇਟ ਤੋਂ ਉਹਨੇ ਰਿਵੋਲਟ ਕੀਤਾ ਸੀ? ਇਹਦੇ ਵਿੱਚ ਆਪਸ਼ਨ ਦਿੱਤੇ ਯੂਪੀ, ਬਿਹਾਰ, ਮੱਧ ਪ੍ਰਦੇਸ਼ ਅਤੇ ਬੰਗਾਲ। ਅਤੇ ਇਸ ਦਾ ਆਨਸਰ ਆਊਗਾ ਬੀ ਬਿਹਾਰ। ਆਪਾਂ ਹੁਣ ਕੁਛ ਇੰਪੋਰਟੈਂਟ ਡਿਸਕਸ ਕਰ ਲੈਂਦੇ ਹਾਂ ਜਿਹੜੇ ਲੀਡਰ ਸੀਗੇ ਰਿਵੋਲਟ ਦੇ ਟਾਈਮ 'ਤੇ, ਇਹਨਾਂ ਉੱਤੇ ਕੁਐਸਚਨ ਪੁੱਛੇ ਜਾਂਦੇ ਨੇ ਕਈ ਵਾਰ। ਜੇ ਆਪਾਂ ਦਿੱਲੀ ਦੀ ਗੱਲ ਕਰੀਏ ਉੱਥੋਂ ਬਹਾਦਰ ਸ਼ਾਹ 2 ਅਤੇ ਜਨਰਲ ਬਖਤ ਖਾਨ ਇਹ ਲੀਡਰ ਸੀ। ਦੈਨ ਲਖਨਊ ਦੀ ਗੱਲ ਕਰੀਏ ਬੇਗਮ ਹਜ਼ਰਤ ਮਹਿਲ, ਬਿਰਜਿਸ ਕਾਦਿਰ ਅਤੇ ਅਹਿਮਦੁੱਲਾ। ਕਾਨਪੁਰ ਦੀ ਗੱਲ ਕਰੀਏ ਨਾਨਾ ਸਾਹਿਬ ਅਤੇ ਤਾਂਤਿਆ ਤੋਪੇ। ਝਾਂਸੀ ਦੀ ਗੱਲ ਕਰੀਏ ਰਾਣੀ ਲక్ష్ਮੀ ਬਾਈ। ਬਿਹਾਰ ਦੀ ਗੱਲ ਕਰੀਏ ਜਗਦੀਸ਼ਪੁਰ ਉਸ ਟਾਈਮ ਕੁੰਵਰ ਸਿੰਘ ਅਤੇ ਅਮਰ ਸਿੰਘ। ਦੈਨ ਫੈਜ਼ਾਬਾਦ ਤੋਂ ਮੌਲਵੀ ਅਹਿਮਦੁੱਲਾ। ਦੈਨ ਬਰੇਲੀ ਤੋਂ ਖਾਨ ਬਹਾਦਰ ਖਾਨ। ਮੰਡਸੌਰ ਤੋਂ ਫਿਰੋਜ਼ ਸ਼ਾਹ ਅਤੇ ਗਵਾਲੀਅਰ ਜੇ ਕਾਨਪੁਰ ਤੋਂ ਤਾਂਤਿਆ ਤੋਪੇ। ਤਾਂ ਇੱਕ ਇੰਪੋਰਟੈਂਟ ਲੀਡਰ ਸੀ, ਇਹਨਾਂ ਦੀ ਪਲੇਸਿਸ ਨਾਲ ਇਹਨਾਂ ਨੂੰ ਯਾਦ ਰੱਖ ਕਰ ਲੈਣਾ ਕਿ ਕਿੱਥੋਂ ਕਿੱਥੋਂ ਸੀ। ਦੈਨ ਨੈਕਸਟ ਕੁਐਸਚਨ ਹੈ ਦਸਤਕ ਸਿਸਟਮ 'ਤੇ ਵਿਚ ਵਾਜ਼ ਅਡੋਪਟਡ ਬਾਏ ਦੀ ਬ੍ਰਿਟਿਸ਼ ਇਨ ਦੀ ਇਨੀਸ਼ੀਅਲ ਸਟੇਜਿਸ ਆਫ ਦੇਅਰ ਐਕਸਪੈਂਸ਼ਨ ਵਾਜ਼ ਰਿਲੇਟਿਡ ਟੂ। ਜਿਹੜਾ ਅੰਗਰੇਜ਼ਾਂ ਨੇ ਇਨੀਸ਼ੀਅਲੀ ਦਸਤਕ ਦੀ ਸਿਸਟਮ ਸਟਾਰਟ ਕਰਿਆ ਸੀ ਉਹ ਕਿਸ ਚੀਜ਼ ਨਾਲ ਰਿਲੇਟਿਡ ਸੀ? ਤਾਂ ਰਿਲੇਟਿਡ ਸੀ ਟ੍ਰੇਡ ਪ੍ਰਿਵਿਲੇਜਿਸ ਨਾਲ। ਆਨਸਰ ਆਏਗਾ ਡੀ ਟ੍ਰੇਡ ਪ੍ਰਿਵਿਲੇਜਿਸ ਐਂਡ ਕਨਸੈਸ਼ਨਸ। ਹੁਣ ਗੱਲ ਕਰਦੇ ਹਾਂ ਦਸਤਕ ਸਿਸਟਮ ਦੀ। ਦਸਤਕ ਸਿਸਟਮ ਵਾਜ਼ ਦੀ ਟ੍ਰੇਡ ਪਰਮਿਟ। ਇਹ ਇੱਕ ਵਪਾਰ ਦੇ ਪਰਮਿਟ ਦੀ ਤਰ੍ਹਾਂ ਸੀ, ਪਰਮਿਸ਼ਨ ਦੀ ਤਰ੍ਹਾਂ ਸੀ, ਜਿਹਦੇ ਵਿੱਚ ਈਸਟ ਇੰਡੀਆ ਕੰਪਨੀ ਨੂੰ ਪਰਮਿਸ਼ਨ ਦਿੱਤੀ ਗਈ ਸੀ ਬਾਏ ਦੀ ਮੁਗਲ ਗੌਰਮੈਂਟ ਅੰਡਰ ਦੀ ਟਰਮਸ ਐਂਡ ਕੰਡੀਸ਼ਨਸ ਆਫ ਫਾਰੂਕ ਸਿਆਰਜ਼ ਫਰਮਾਨ ਆਫ 1717। ਤਾਂ ਇਹ ਦਸਤਕ ਸਿਸਟਮ ਸਟਾਰਟ ਹੋਇਆ ਸੀ 1717 ਦੇ ਵਿੱਚ ਜਦੋਂ ਫਾਰੂਕ ਸਿਆਰ ਨੇ ਫਰਮਾਨ ਜਾਰੀ ਕੀਤਾ ਟੂ ਦੀ ਈਸਟ ਇੰਡੀਆ ਕੰਪਨੀ ਵਾਜ਼ ਐਂਟਾਈਟਲਡ ਟੂ ਟ੍ਰੇਡ ਇਨ ਬੰਗਾਲ ਵਿਦਾਊਟ ਪੇਇੰਗ ਦੀ ਨੋਰਮਲ ਕਸਟਮਸ ਡਿਊਟੀ। ਬਗੈਰ ਕਸਟਮ ਡਿਊਟੀ ਪੇ ਕਰੇ ਉਹ ਬੰਗਾਲ ਦੇ ਵਿੱਚ ਟ੍ਰੇਡ ਕਰ ਸਕਦੀ ਸੀ। ਤਾਂ ਇਹ ਸੀ ਦਸਤਕ ਸਿਸਟਮ। ਦੈਨ ਨੈਕਸਟ ਕੁਐਸਚਨ ਹੈ ਹੂ ਅਮੰਗ ਦੀ ਫੋਲੋਇੰਗ ਵਾਜ਼ ਦੀ ਰਿਫਾਰਮਰ ਐਂਡ ਫਿਲੋਸਫਰ ਫਰੋਮ ਰਾਮਾਨੰਦੀ ਸੰਪਰਦਾਇ। ਜਿਹੜਾ ਰਾਮਾਨੰਦੀ ਸੰਪਰਦਾਇ ਹੈ ਇੰਡੀਆ ਦਾ ਵਨ ਆਫ ਦੀ ਬਿਗੈਸਟ ਸੰਪਰਦਾਇ ਅੱਜ ਦੇ ਟਾਈਮ 'ਚ ਵੀ। ਤਾਂ ਉਹਨਾਂ ਦੇ ਵਿੱਚੋਂ ਜਿਹੜਾ ਜਗਤ ਗੁਰੂ ਰਾਮਾਨੰਦਾਚਾਰਿਆ ਸੀ ਉਹਦੀ ਲੀਨੀਏਜ ਦੇ ਵਿੱਚੋਂ ਕਿਹੜਾ ਪਰਸਨ ਇਹਨਾਂ ਵਿੱਚੋਂ ਆਪਸ਼ਨਸ ਦੇ ਵਿੱਚ ਹੈ? ਤਾਂ ਉਹਦੇ ਕੁਛ ਆਪਸ਼ਨਸ ਦਿੱਤੀਆਂ ਹੋਈਆਂ ਅਤੇ ਪੁੱਛਿਆ ਗਿਆ ਕਿ ਜਿਹੜਾ ਰਾਮਾਨੰਦੀ ਸੰਪਰਦਾਇ ਦੇ ਵਿੱਚ ਇਹਦੇ ਵਿੱਚ ਜਗਤ ਗੁਰੂ ਰਾਮਾਨੰਦਾਚਾਰਿਆ ਦਾ ਲੀਨੀਏਜ ਦੇ ਵਿੱਚ ਕੌਣ ਸੀ? ਤਾਂ ਇਸ ਦਾ ਆਨਸਰ ਆਊਗਾ ਡੀ ਤੁਲਸੀਦਾਸ। ਤਾਂ ਹੁਣ ਰਾਮਾਨੰਦੀ ਸੰਪਰਦਾਇ ਦੀ ਗੱਲ ਕਰੀਏ ਇਟ ਇਜ਼ ਵਨ ਆਫ ਦੀ ਲਾਰਜੈਸਟ ਐਂਡ ਮੋਸਟ ਇਗੈਲੀਟੇਰੀਅਨ ਹਿੰਦੂ ਸੈਕਟ। ਬਹੁਤ ਵੱਡਾ ਅਤੇ ਇਗੈਲੀਟੇਰੀਅਨ ਬਰਾਬਰੀ ਦੇ ਬੇਸ 'ਤੇ ਬਣਾਇਆ ਕਿ ਹਰ ਪਰਸਨ ਇਹਦੇ ਵਿੱਚ ਬਰਾਬਰ ਹੈ, ਕੋਈ ਊਚ ਨੀਚ ਨਹੀਂ, ਕੋਈ ਡਿਸਕ੍ਰਿਮੀਨੇਸ਼ਨ ਨਹੀਂ। ਇਟ ਮੇਨਲੀ ਐਮਫੇਸਾਈਜ਼ ਔਨ ਦੀ ਵਰਸ਼ਿਪ ਆਫ ਰਾਮ ਐਜ਼ ਵੈਲ ਐਜ਼ ਵਿਸ਼ਨੂੰ। ਇਹ ਰਾਮਾ ਅਤੇ ਵਿਸ਼ਨੂੰ ਦੀ ਵਰਸ਼ਿਪ ਦੇ ਉੱਤੇ ਫੋਕਸ ਕਰਦੇ ਸੀਗੇ ਅਤੇ ਉਹਨਾਂ ਦੀ ਹੋਰ ਇਨਕਾਰਨੇਸ਼ਨਸ ਕਿ ਉਹਨਾਂ ਦੇ ਹੋਰ ਵੀ ਜੇ ਕੋਈ ਰੂਪ ਹੈ ਤਾਂ ਉਹਨਾਂ ਦੀ ਵੀ ਵਰਸ਼ਿਪ ਕਰਦੇ ਨੇ ਇਹ ਰਾਮਾਨੰਦੀ ਸੰਪਰਦਾਇ ਵਾਲੇ। ਦਾ ਮੋਸਟ ਇੰਪੋਰਟੈਂਟ ਫੋਲੋਅਰਸ ਆਫ ਦੀ ਸੇਂਟ ਵਰ ਕਿਹੜੇ ਇੰਪੋਰਟੈਂਟ ਫੋਲੋਅਰਸ ਇਹਦੇ? ਰਵੀਦਾਸ, ਕਬੀਰ, ਧੰਨਾ, ਸੇਨਾ, ਪੀਪਾ, ਭਾਵਾਨੰਦ, ਪਰਮਾਨੰਦ, ਮਹਾਨੰਦ, ਤੁਲਸੀਦਾਸ ਅਤੇ ਸ਼੍ਰੀ ਆਨੰਦ। ਤਾਂ ਇਹ ਇੰਪੋਰਟੈਂਟ ਪਰਸਨਸ ਨੇ ਜਿਹੜੇ ਇਸ ਸੰਪਰਦਾਇ ਨਾਲ ਲਿੰਕਡ ਸੀ। ਰਵੀਦਾਸ, ਕਬੀਰ, ਧੰਨਾ, ਸੇਨਾ, ਪੀਪਾ, ਭਾਵਾਨੰਦ, ਪਰਮਾਨੰਦ, ਮਹਾਨੰਦ, ਤੁਲਸੀਦਾਸ ਅਤੇ ਸ਼੍ਰੀ ਆਨੰਦ। ਤਾਂ ਇੰਪੋਰਟੈਂਟ ਪਰਸਨ ਸੀ ਰਾਮਾਨੰਦ ਸੰਪਰਦਾਇ ਤੋਂ। ਦ ਨੈਕਸਟ ਕੁਐਸਚਨ ਹੈ
द स्टोरी ऑफ विदे माधव इज़ नरेटिड इन, ਜਿਹੜੀ ਵਿਦੇ ਮਾਧਵ ਦੀ ਸਟੋਰੀ ਹੈ ਉਹ ਕਿਹੜੀ ਬੁੱਕ ਦੇ ਵਿੱਚ ਦਿੱਤੀ ਹੋਈ ਹੈ। ਇਹ ਕੁਐਸਚਨ ਪਾਰਟੀਕੂਲਰਲੀ ਕਾਫੀ ਟਫ ਹੈ, ਇਹ ਤੁਸੀਂ ਬੁੱਕਸ ਦੇਖੋਗੇ ਤਾਂ ਵੀ ਤੁਹਾਨੂੰ ਇਹਦੇ ਆਨਸਰ ਬੜੀ ਮੁਸ਼ਕਿਲ ਨਾਲ ਮਿਲੇਗਾ। ਤਾਂ ਇਸਦਾ ਆਨਸਰ ਹੈ ਬੀ ਯਜੁਰਵੇਦ। ਇਹੋ ਜਿਹਾ ਪੇਪਰ ਦੇ ਵਿੱਚ ਕੁਐਸਚਨ ਆ ਜਾਵੇ ਤਾਂ ਟੈਨਸ਼ਨ ਨਹੀਂ ਲੈਣੀ, ਇੰਨੇ ਵੀ ਸਾਰੇ ਕੁਐਸਚਨ ਠੀਕ ਕਰਨਾ ਜ਼ਰੂਰੀ ਨਹੀਂ, ਉੱਥੇ ਤੁਹਾਨੂੰ ਮੈਕਸੀਮਮ ਤੋਂ ਮੈਕਸੀਮਮ ਕੁਐਸਚਨ ਠੀਕ ਕਰਨਾ, ਤਾਂ ਤੁਹਾਡਾ ਫੋਕਸ ਉੱਥੇ ਹੀ ਹੋਣਾ ਚਾਹੀਦਾ। ਕੋਈ ਇਹੋ ਜਿਹਾ ਕੁਐਸਚਨ ਆ ਜਾਵੇ ਤਾਂ ਡਰਨਾ ਨਹੀਂ ਹੈ ਪੇਪਰ ਦੇ ਵਿੱਚ। ਗੱਲ ਕਰਦੇ ਹਾਂ ਵਿਦੇ ਮਾਧਵ ਦੀ। ਦ ਸਟੋਰੀ ਆਫ ਵਿਦੇ ਮਾਧਵ ਇਜ਼ ਨਰੇਟਿਡ ਇਨ ਯਜੁਰਵੇਦ। ਦ ਯਜੁਰਵੇਦ ਇਜ਼ ਦੀ ਵੇਦਾ ਪ੍ਰਾਈਮਰਲੀ ਆਫ ਪ੍ਰੋਜ਼ ਮੰਤਰਾਸ ਫॉर ਵਰਸ਼ਿਪ ਰਿਚੁਅਲਸ। ਜਿਹੜੀ ਯਜੁਰਵੇਦ ਦੇ ਵਿੱਚ ਸਟੋਰੀ ਮਿਲਦੀ ਹੈ ਤਾਂ ਜਨਰਲੀ ਮੰਤਰਾਂ ਦੇ ਉੱਤੇ ਫੋਕਸਡ ਹੈ, ਵਰਸ਼ਿਪ ਦੇ ਰਿਚੁਅਲਸ ਦੇ ਉੱਤੇ ਫੋਕਸਡ ਹੈ। ਦ ਕਿੰਗਡਮ ਆਫ ਦੀ ਵਿਦੇਹਾ ਵਾਜ਼ ਐਨ ਐਂਸ਼ੀਐਂਟ ਇੰਡੀਅਨ ਕਿੰਗਡਮ। ਇਹ ਬਹੁਤ ਪੁਰਾਣਾ ਇੰਡੀਅਨ ਕਿੰਗਡਮ ਹੈ ਵਿਦੇਹ ਦਾ। ਇਨ ਲੇਟ ਵੈਦਿਕ ਪੀਰੀਅਡ ਵਿਚ ਰੋਜ਼ ਟੂ ਪ੍ਰੋਮੀਨੈਂਸ ਅੰਡਰ ਦੀ ਕਿੰਗ ਜਨਕ। ਜਿਹੜਾ ਵਿਦੇਹ ਦਾ ਕਿੰਗਡਮ ਹੈ ਇਹ ਜਨਕ ਮਹਾਰਾਜ ਦੇ ਟਾਈਮ ਦੇ ਉੱਤੇ ਪ੍ਰੋਮੀਨੈਂਸ ਦੇ ਵਿੱਚ ਆਇਆ ਸੀ ਇਨ ਦੀ 8th 7th ਸੈਂਚੁਰੀ BCE, ਯਾਨੀ ਅੱਜ ਤੋਂ 2700-2800 ਸਾਲ ਪਹਿਲਾਂ। ਟੂਵਰਡਸ ਦੀ ਐਂਡ ਆਫ ਵੈਦਿਕ ਪੀਰੀਅਡ, ਜਦੋਂ ਵੈਦਿਕ ਪੀਰੀਅਡ ਖਤਮ ਹੋਣ ਲੱਗਿਆ, ਵਿਦੇਹਾ ਲਾਈਕਲੀ ਬਿਕੇਮ ਪਾਰਟ ਆਫ ਦੀ ਵਾਜੀ ਕਨਫੈਡਰੇਸ਼ਨ। ਜਿਹੜੀ ਵਾਜੀ ਕਨਫੈਡਰੇਸ਼ਨ ਸੀ ਉਹਦਾ ਪਾਰਟ ਬਣ ਗਿਆ ਐਂਡ ਸਬਸੀਕੁਐਂਟਲੀ ਇਨਟੂ ਦੀ ਮਗਧਾ ਐम्पायर, ਅਤੇ ਦੈਨ ਇਹ ਪਾਰਟ ਬਣ ਗਿਆ ਮਗਧ ਐम्पायर ਦਾ। ਤਾਂ ਇਹ ਸੀ ਵਿਦੇ ਮਾਧਵ। ਦੈਨ ਨੈਕਸਟ ਕੁਐਸਚਨ ਆਇਆ ਹੋਇਆ ਕੁਛ ਟੈਕਸੇਸ਼ਨ ਸਿਸਟਮ ਦੇ ਉੱਤੇ। ਕੰਸੀਡਰ ਦੀ ਫੋਲੋਇੰਗ ਸਟੇਟਮੈਂਟਸ ਅਬਾਊਟ ਦੀ ਐਗਰੇਰੀਅਨ ਸਿਸਟਮ ਅੰਡਰ ਦੀ ਦਿੱਲੀ ਸਲਤਨਤ ਐਂਡ ਦੀ ਮੁਗਲ ਐम्पायर। ਜਿਹੜੀ ਦਿੱਲੀ ਸਲਤਨਤ ਅਤੇ ਮੁਗਲ ਐम्पायर ਦੇ ਅੰਦਰ ਐਗਰੇਰੀਅਨ ਸਿਸਟਮ ਸੀ ਉਹਨਾਂ ਉੱਤੇ ਕੁਛ ਕੁਐਸਚਨ ਪੁੱਛੇ ਗਏ ਨੇ। ਅਲਾਉਦੀਨ ਖਿਲਜੀ ਇੰਪੋਜ਼ਿਸ ਟੈਕਸ ਲਾਈਕ ਚਰਾਈ ਐਂਡ ਗਰੀ। ਤਾਂ ਬਿਲਕੁਲ ਸਹੀ ਹੈ, ਉਹਨੇ ਇਹ ਟੈਕਸ ਲਗਾਏ ਸੀ। ਮੁਹੰਮਦ ਬਿਨ ਤਗਲੁਕ ਇੰਪੋਜ਼ਡ ਐਡੀਸ਼ਨਲ ਸੈਸਿਸ ਕਾਲਡ ਅਬਵਾਬਸ। ਤਾਂ ਇੱਕ ਹੁੰਦੇ ਟੈਕਸ, ਦੂਜੇ ਹੁੰਦੇ ਸੈਸਿਸ। ਤਾਂ ਮੁਹੰਮਦ ਬਿਨ ਤੁਗਲੁਕ ਨੇ ਸੈਸ ਲਗਾਏ ਸੀ, ਨਾਮ ਦਿੱਤਾ ਸੀ ਅਬਵਾਬ। ਇਹ ਬਿਲਕੁਲ ਸਹੀ ਸਟੇਟਮੈਂਟ ਹੈ। ਅੰਡਰ ਅਕਬਰ ਦਹਿਸਲ ਸਿਸਟਮ ਆਫ ਲੈਂਡ ਰੈਵਨਿਊ ਐਗਜ਼ਿਸਟਿਡ। ਤਾਂ ਵੀ ਬਿਲਕੁਲ ਸਹੀ ਹੈ, ਦਹਿਸਲ ਸਿਸਟਮ ਐਗਜ਼ਿਸਟ ਕਰਦਾ ਸੀ ਉਹਨਾਂ ਟਾਈਮ 'ਤੇ। ਦੈਨ ਜਹਾਂਗੀਰ ਇੰਟਰੋਡਿਊਸ ਦੀ ਨਾਸ਼ਕ ਸਿਸਟਮ ਆਫ ਅਸੈਸਮੈਂਟ। ਆਹ ਸਟੇਟਮੈਂਟ ਗਲਤ ਹੈ। ਜਿਹੜਾ ਨਾਸ਼ਕ ਸਿਸਟਮ ਸੀ ਇਹ ਵੀ ਅਕਬਰ ਨੇ ਹੀ ਇੰਟਰੋਡਿਊਸ ਕਰਿਆ ਸੀ। ਤਾਂ ਇਸ ਦਾ ਆਨਸਰ ਆਊਗਾ B 1 2 3 ਓਨਲੀ। ਆਪਾਂ ਹੋਰ ਵੀ ਇਹਦੇ ਵਿੱਚ ਮਿਡਲ ਏਜ ਦੇ ਟੈਕਸਿਸ ਨੂੰ ਡਿਸਕਸ ਕਰ ਲੈਂਦੇ ਹਾਂ ਇਸ ਕੁਐਸਚਨ ਦੇ ਵਿੱਚ। ਤਾਂ ਪਹਿਲਾਂ ਸਟਾਰਟ ਕਰਦੇ ਹਾਂ ਦਹਿਸਲ ਸਿਸਟਮ ਤੋਂ। ਇੰਟਰੋਡਿਊਸ ਇਨ ਦੀ AD 15 AD 80 ਅੰਡਰ ਦੀ ਰੇਨ ਆਫ ਅਕਬਰ। ਅਕਬਰ ਨੇ ਸਟਾਰਟ ਕੀਤਾ ਸੀ 1580 ਦੇ ਵਿੱਚ ਐਜ਼ ਅ ਲੈਂਡ ਰੈਵਨਿਊ ਸਿਸਟਮ ਵਿਚ ਹੈਲਪਡ ਟੂ ਮੇਕ ਦੀ ਕਲੈਕਟਿੰਗ ਸਿਸਟਮ ਬੀ ਇਨ ਅ ਔਰਗਨਾਈਜ਼ਡ ਫਾਰਮ। ਤਾਂ ਕਿ ਜਿਹੜਾ ਲੈਂਡ ਰੈਵਨਿਊ ਕਨੈਕਸ਼ਨ ਦਾ ਤਰੀਕਾ ਹੈ ਉਹ ਔਰਗਨਾਈਜ਼ ਹੋ ਜਾਵੇ। ਦੈਨ ਆਪਾਂ ਨਾਸ਼ਕ ਦੀ ਗੱਲ ਕਰੀਏ। ਦ ਸਿਸਟਮ ਆਫ ਅਸੈਸਮੈਂਟ ਵਾਜ਼ ਵਾਈਡਲੀ ਯੂਜ਼ਡ ਇਨ ਅਕਬਰਜ਼ ਟਾਈਮ। ਇਟ ਮੈਂਟ ਅ ਰਫ ਕੈਲਕੂਲੇਸ਼ਨ ਔਨ ਦੀ ਅਮਾਊਂਟ ਪੇਏਬਲ ਬਾਈ ਦੀ ਪੀਜ਼ੈਂਟ ਔਨ ਦੀ ਬੇਸਿਸ ਆਫ ਪਾਸਟ ਐਕਸਪੀਰੀਅੰਸ। ਤਾਂ ਬੰਦਾ ਪਾਸਟ ਐਕਸਪੀਰੀਅੰਸਿਸ ਦੇ ਬੇਸ 'ਤੇ ਨਸ਼ਕ ਸਿਸਟਮ ਦੇ ਵਿੱਚ ਪੇਮੈਂਟ ਕਰਦਾ ਸੀ। ਤਾਂ ਇਹ ਵੀ ਅਕਬਰ ਦੇ ਟਾਈਮ 'ਤੇ ਹੀ ਸੀ। ਦੈਨ ਮੁਹੰਮਦ ਬਿਨ ਤੁਗਲੁਕ ਦੀ ਗੱਲ ਕਰੀਏ ਤਾਂ ਉਹਨੇ ਕੁਛ ਐਕਸਟਰਾ ਸੈਸ ਲਾਏ ਸੀ, ਰੇਟ ਆਫ ਡਿਊਟੀ ਨੂੰ ਐਕਸਪੈਂਡ ਕੀਤਾ ਸੀ ਅਤੇ ਕੁਛ ਐਕਸਟਰਾ ਟੈਕਸ ਲਾਏ ਸੀ ਜਿਨ੍ਹਾਂ ਨੂੰ ਅਬਵਾਬ ਵੀ ਕਿਹਾ ਜਾਂਦਾ ਹੈ। ਕੁਛ ਸੈਸਿਸ ਲਗਾਏ ਸੀ। ਦੈਨ ਹੋਰ ਕਿਹੜੇ ਟੈਕਸ ਸੀ? ਲਾਈਕ ਗੜੀ ਟੈਕਸ ਸੀ ਔਨ ਦੀ ਹਾਊਸਿਸ। ਇਟ ਵਾਜ਼ ਇੰਟਰੋਡਿਊਸ ਬਾਈ ਅਲਾਉਦੀਨ ਖਿਲਜੀ। ਘਰਾਂ ਦੇ ਉੱਤੇ ਟੈਕਸ ਲਾਇਆ ਸੀ ਅਲਾਉਦੀਨ ਖਿਲਜੀ ਨੇ। ਦੈਨ ਚਾਰਾ ਟੈਕਸ ਸੀ, ਇਹ ਵੀ ਅਲਾਉਦੀਨ ਖਿਲਜੀ ਨੇ ਲਾਇਆ ਸੀ ਔਨ ਦੀ ਗਰਾਸ ਲੈਂਡਸ ਯੂਜ਼ਡ ਫॉर ਗਰੇਜਿੰਗ ਆਫ ਐਨੀਮਲਸ। ਅਤੇ ਐਨੀਮਲਸ ਨੂੰ ਚਾਰਾ ਖਿਲਾਉਣ ਲਈ ਜਿਹੜਾ ਉਹਨਾਂ ਨੇ ਟੈਕਸ ਲਾਇਆ ਸੀ ਉਹ ਸੀ ਚਾਰਾ। ਦੈਨ ਇੱਕ ਹੋਰ ਟੈਕਸ ਸੀ ਖਰਾਜ। ਇਹ ਖਰਾਜ ਟੈਕਸ ਲਾਇਆ ਸੀ ਫਿਰੋਜ਼ ਸ਼ਾਹ ਤੁਗਲੁਕ ਨੇ। ਟੈਕਸ ਲਿਵਾਈਡ ਔਨ ਗਰੋਸ ਪ੍ਰੋਡਕਸ਼ਨ ਆਫ ਲੈਂਡਸ ਬਿਲੋਂਗ ਟੂ ਨੋਨ ਮੁਸਲਿਮਸ। ਸਿਰਫ ਜਿਹੜੇ ਪਰਸਨਸ ਮੁਸਲਿਮ ਨਹੀਂ ਹੈਗੇ ਉਹਨਾਂ ਉੱਤੇ ਟੈਕਸ ਲਗਾਇਆ ਸੀ, ਦੈਟ ਇਜ਼ ਖਰਾਜ ਟੈਕਸ। ਦੈਨ ਜੀਜਿਆ ਟੈਕਸ ਜਿਹੜਾ ਨੋਨ ਮੁਸਲਿਮਸ 'ਤੇ ਲਾਇਆ ਸੀ ਐਂਡ ਨੋਨ ਫੋਲੋਅਰਸ ਆਫ ਇਸਲਾਮ 'ਤੇ ਲਾਇਆ ਸੀ। ਦੈਨ ਉਸ ਤੋਂ ਇਲਾਵਾ ਇੱਕ ਦੋ ਟੈਕਸ ਇੰਪੋਰਟੈਂਟ ਨੇ ਜਿਹੜੇ ਸ਼ਿਵਾ ਜੀ ਨੇ ਲਾਏ ਸੀ। ਇੱਕ ਦਾ ਨਾਮ ਹੈ ਚੌਥ 1/4 ਜਿਹਨੂੰ ਆਪਾਂ ਕਹਿੰਦੇ ਹਾਂ, ਦੂਜਾ ਹੈ ਸਰਦੇਸ਼ ਮੁਖੀ ਅਤੇ ਇਹ 10% ਟੈਕਸ ਦੇ ਬਰਾਬਰ ਸੀ। ਤਾਂ ਇਹ ਟੈਕਸ ਲੈਂਦੇ ਸੀ ਆਊਟਸਾਈਡ ਆਫ ਦੇਅਰ ਟੈਰੀਟਰੀ। ਇੱਕ ਤਾਂ ਜਿਹੜੇ ਜਿੱਥੇ ਮਰਾਠਾਸ ਦੀ ਆਪਦੀ ਟੈਰੀਟਰੀ ਸੀ, ਇੱਕ ਜਿਹੜੀ ਉਹਨਾਂ ਦੀ ਟੈਰੀਟਰੀ ਤੋਂ ਬਾਹਰ ਆਉਂਦਾ ਸੀ ਤਾਂ ਉੱਥੇ ਟੈਕਸ ਲੈਂਦੇ ਸੀ ਚੌਥ ਅਤੇ ਸਰਦੇਸ਼ ਮੁਖੀ। ਦੈਨ ਨੈਕਸਟ ਕੁਐਸਚਨ ਇਹ ਹੈ ਹੂ ਅਮੰਗ ਦੀ ਫੋਲੋਇੰਗ ਵਾਜ਼ ਦੀ ਫਰੈਂਚ ਐਕਸਪਲੋਰਰ। ਕਿਹੜਾ ਬੰਦਾ ਫਰੈਂਚ ਐਕਸਪਲੋਰਰ ਸੀ ਹੂ ਵਿਜ਼ਿਟਿਡ ਦੀ ਕੋਰਟ ਆਫ ਐਂਪਰਰ ਸ਼ਾਹਜਹਾਂ ਐਂਡ ਲੈਫਟ ਅ ਡਿਟੇਲਡ ਅਕਾਊਂਟ ਆਫ ਤਖਤ ਏ ਤੌਸ।
ਤਖਤੇ ਤੌਸ ਨੂੰ ਪੀਕੌਕ ਥਰੋਨ ਵੀ ਕਿਹਾ ਜਾਂਦਾ ਹੈ ਕਿ ਕਿਹੜਾ ਪਰਸਨ ਸੀ ਜਿਹਨੇ ਸ਼ਾਹਜਹਾਂ ਨੂੰ ਵਿਜ਼ਿਟ ਕਰਿਆ ਅਤੇ ਜਿਹੜਾ ਪੀਕੌਕ ਥਰੋਨ ਸੀ ਬਹੁਤ ਫੇਮਸ ਸੀ, ਵਰਲਡ ਵਾਈਡ ਫੇਮਸ ਸੀ, ਜਿਹਨੂੰ ਤਖਤੇ ਤੌਸ ਵੀ ਕਿਹਾ ਜਾਂਦਾ ਸੀ, ਉਸ ਦੇ ਬਾਰੇ ਉਹਨੇ ਲਿਖਿਆ। ਤਾਂ ਇਹ ਸੀਗਾ ਪਰਸਨ ਜੀਨ ਬੈਪਟਾਈਸਟ ਟ੍ਰੈਵੀਨੀਅਰ। ਜੀਨ ਬੈਪਟਿਸਟ ਤੇ ਟ੍ਰੈਵੀਨੀਅਰ। ਜੀਨ ਬੈਪਟਿਸਟ ਤੇ ਟ੍ਰੈਵੀਨੀਅਰ ਦੀ ਗੱਲ ਕਰੀਏ, ਵਾਜ਼ ਅ 17th ਸੈਂਚੁਰੀ ਫਰੈਂਚ ਜੈਮ ਮਰਚੈਂਟ। ਤਾਂ ਉਹ ਮੋਤੀਆਂ ਅਤੇ ਹੀਰਿਆਂ ਦਾ ਵਪਾਰੀ ਸੀ। was a private individual and merchant travelling at his own expense, covered 6 voyages to Persia and India between the years 1630 to 1668। 38 ਸਾਲ ਉਹ ਇੰਡੀਆ ਆਉਂਦਾ ਰਿਹਾ ਅਤੇ ਉਹ ਕਾਫੀ ਸਾਰਾ ਮੋਤੀ ਹੀਰੇ ਲੈ ਕੇ ਆਉਂਦਾ ਸੀ ਵਪਾਰ ਕਰਨ ਨੂੰ। ਟ੍ਰੈਵੀਨੀਅਰ ਇਜ਼ ਬੈਸਟ ਨੋਨ ਫॉर ਹਿਜ਼ ਡਿਸਕਵਰੀ ਔਰ ਪਰਚੇਜ਼ ਆਫ ਦੀ 116 ਕੈਰੇਟ ਟ੍ਰੈਵੀਨੀਅਰ ਬਲੂ ਡਾਇਮੰਡ। ਉਹਨੇ ਇੰਡੀਆ ਦੇ ਵਿੱਚੋਂ ਆ ਕੇ 116 ਕੈਰੇਟ ਦਾ ਬਲੂ ਡਾਇਮੰਡ ਖਰੀਦਿਆ ਸੀ, ਕਾਫੀ ਫੇਮਸ ਹੋਇਆ ਸੀ ਉਹ ਵੀ। ਅਤੇ ਦੂਸਰਾ ਉਹਨੇ ਪੀਕੌਕ ਥਰੋਨ ਨੂੰ ਡਿਸਕਰਾਈਬ ਕੀਤਾ ਸੀ, ਉਹਦੀ ਬਿਊਟੀ ਨੂੰ ਡਿਸਕਰਾਈਬ ਕੀਤਾ ਸੀ ਕਿ ਉਹ ਕਿੰਨਾ ਕੁ ਸੋਹਣਾ ਥਰੋਨ ਹੈ ਜਿਹੜਾ ਸ਼ਾਹਜਹਾਂ ਜੀ ਦੇ ਉੱਤੇ ਬਹਿੰਦਾ ਹੈ। ਦੈਨ ਨੈਕਸਟ ਕੁਐਸਚਨ ਇਹ ਹੈ, ਵਿਚ ਆਫ ਦੀ ਫੋਲੋਇੰਗ ਵਾਜ਼ ਪੋਪੂਲਰਲੀ ਨੋਨ ਐਜ਼ ਫਾਇਰ ਬ੍ਰਾਂਡ ਆਫ ਸਾਊਥ ਇੰਡੀਆ। ਕਿ ਇਹਨਾਂ ਵਿੱਚੋਂ ਕਿਹੜੇ ਪਰਸਨਸ ਨੂੰ ਫਾਇਰ ਬ੍ਰਾਂਡ ਆਫ ਸਾਊਥ ਇੰਡੀਆ ਕਹਿੰਦੇ ਨੇ, ਕਿ ਕਿਹੜਾ ਪਰਸਨ ਇੰਨਾ ਕੁ ਵਧੀਆ ਬੋਲਦਾ ਸੀ ਕਿ ਲੋਕ ਖੁਸ਼ ਹੋ ਜਾਂਦੇ ਸੀ, ਲੋਕ ਉਤਸ਼ਾਹਿਤ ਹੋ ਜਾਂਦੇ ਸੀ। ਤਾਂ ਪਰਸਨ ਸੀ ਐਸ ਸੱਤਿਆ ਮੂਰਤੀ, ਉਹਨੂੰ ਫਾਇਰ ਬ੍ਰਾਂਡ ਆਫ ਸਾਊਥ ਇੰਡੀਆ ਬੋਲਿਆ ਜਾਂਦਾ ਸੀ। ਗੱਲ ਕਰੀਏ ਸੁੰਦਰ ਸ਼ਾਸਤਰੀ ਸੱਤਿਆ ਮੂਰਤੀ ਦੀ, SS ਸੱਤਿਆ ਮੂਰਤੀ, ਇਹਨਾਂ ਦਾ ਬਰਥ ਹੋਇਆ ਸੀ 1887 ਦੇ ਵਿੱਚ ਅਤੇ ਡੈਥ ਹੋਈ ਸੀ 1943 ਦੇ ਵਿੱਚ। ਉਹ ਇੰਡੀਅਨ ਇੰਡੀਪੈਂਡੈਂਸ ਐਕਟੀਵਿਸਟ ਅਤੇ ਪੋਲੀਟੀਸ਼ੀਅਨ ਸੀ। ਹੀ ਵਾਜ਼ ਅਕਲੇਮਡ ਫॉर ਹਿਜ਼ ਰਿਟੋਰਿਕ, ਉਹ ਵਧੀਆ ਬੋਲਣ ਲਈ, ਵਧੀਆ ਸਪੀਚਿਸ ਦੇਣ ਲਈ ਜਾਣੇ ਜਾਂਦੇ ਸੀ। ਐਂਡ ਵਾਜ਼ ਵਨ ਆਫ ਦੀ ਲੀਡਿੰਗ ਪੋਲੀਟੀਸ਼ੀਅਨਸ ਆਫ ਇੰਡੀਅਨ ਨੈਸ਼ਨਲ ਕਾਂਗਰਸ ਫਰੋਮ ਦੀ ਮਦਰਾਸ ਪ੍ਰੈਜ਼ੀਡੈਂਸੀ। ਅਤੇ ਈਵਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਵੀ ਸੀ ਮਦਰਾਸ ਪ੍ਰੈਜ਼ੀਡੈਂਸੀ ਤੋਂ। ਦੈਨ ਨੈਕਸਟ ਕੁਐਸਚਨ ਆ ਹੈ ਪਿਟਸ ਇੰਡੀਆ ਐਕਟ ਦੇ ਉੱਤੇ। ਤਾਂ ਗੱਲ ਕਰੀਏ ਪਿਟਸ ਇੰਡੀਆ ਐਕਟ ਦੀ। ਬਾਈ ਪਿਟਸ ਇੰਡੀਆ ਐਕਟ ਦਾ ਮੈਂਬਰਸ ਆਫ ਦੀ ਗਵਰਨਰ ਜਨਰਲ ਕਾਊਂਸਿਲ ਵਾਜ਼ ਰਿਡਿਊਸਡ ਟੂ 3। 3 ਹੀ ਮੈਂਬਰ ਰੱਖ ਦਿੱਤੇ ਗਏ ਗਵਰਨਰ ਜਨਰਲ ਦੇ ਕਾਊਂਸਿਲ ਦੇ। ਬਿਲਕੁਲ ਸਹੀ ਸਟੇਟਮੈਂਟ ਹੈ ਇਹ। ਦੈਨ ਸੈਕਿੰਡ ਸਟੇਟਮੈਂਟ ਹੈ ਪਿਟਸ ਇੰਡੀਆ ਐਕਟ ਅਬੋਲਿਸ਼ਡ ਦੀ ਮੋਨੋਪੋਲੀ ਆਫ ਦੀ ਕੰਪਨੀਜ਼ ਇੰਡੀਅਨ ਟ੍ਰੇਡ। ਤਾਂ ਸਟੇਟਮੈਂਟ ਗਲਤ ਹੈ। ਇਹਦਾ ਪ੍ਰੋਸੈਸ ਸਟਾਰਟ ਹੋਇਆ ਸੀ 1930 ਚਾਰਟਰ ਐਕਟ ਰਾਹੀਂ ਅਤੇ ਕੰਪਲੀਟ ਹੋਇਆ ਸੀ 1933 ਚਾਰਟਰ ਐਕਟ ਰਾਹੀਂ। ਦੈਨ ਤੀਜੀ ਸਟੇਟਮੈਂਟ ਹੈ ਬਾਈ ਪਿਟਸ ਇੰਡੀਆ ਐਕਟ ਥਰੂ ਅ ਸਪਲੀਮੈਂਟਰੀ ਐਕਟ ਦਾ ਗਵਰਨਰ ਜਨਰਲ ਵਾਜ਼ ਐਮਪਾਵਰਡ ਟੂ ਹੋਲਡ ਦੀ ਆਫਿਸ ਆਫ ਕਮਾਂਡਰ ਇਨ ਚੀਫ ਇਨ ਸਪੈਸ਼ਲ ਕੇਸਿਸ। ਤਾਂ ਸਟੇਟਮੈਂਟ ਸਹੀ ਹੈ। ਭਾਵੇਂ ਤੁਹਾਨੂੰ ਸਟੇਟਮੈਂਟ ਨਾ ਵੀ ਪਤਾ ਹੋਵੇ ਤਾਂ ਵੀ ਤੁਸੀਂ ਇਸ ਕੁਐਸਚਨ ਦਾ ਆਨਸਰ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਪਤਾ ਸੈਕਿੰਡ ਸਟੇਟਮੈਂਟ ਗਲਤ ਹੈ ਅਤੇ ਫਸਟ ਸਟੇਟਮੈਂਟ ਸਹੀ ਹੈ। ਤਾਂ ਇਸਦਾ ਆਨਸਰ ਆਏਗਾ C। ਤਾਂ ਥਰਡ ਸਟੇਟਮੈਂਟ ਵੀ ਵੈਸੇ ਸਹੀ ਹੈ। ਗੱਲ ਕਰਦੇ ਪਿਟਸ ਇੰਡੀਆ ਐਕਟ ਦੀ 1784 ਦੇ ਵਿੱਚ ਆਇਆ ਸੀ। ਆਲਸੋ ਕਾਲਡ ਦੀ ਈਸਟ ਇੰਡੀਆ ਕੰਪਨੀ ਐਕਟ 1784 ਵਾਜ਼ ਪਾਸਡ ਬਾਈ ਦੀ ਬ੍ਰਿਟਿਸ਼ ਪਾਰਲੀਮੈਂਟ। ਬ੍ਰਿਟਿਸ਼ ਨੇ ਆਪਦੇ ਪਾਰਲੀਮੈਂਟ ਵਿੱਚ ਪਾਸ ਕੀਤਾ ਸੀ ਟੂ ਕਰੈਕਟ ਦੀ ਡਿਫੈਕਟਸ ਆਫ ਰੈਗੂਲੇਟਿੰਗ ਐਕਟ ਆਫ 1773। 1773 ਦੇ ਵਿੱਚ ਜਿਹੜਾ ਰੈਗੂਲੇਟਿੰਗ ਐਕਟ ਆਇਆ ਸੀ ਉਹਨੂੰ ਠੀਕ ਕਰਨ ਵਾਸਤੇ। ਇਹਦੇ ਨਾਲ ਮੈਂਬਰ ਦੀ ਸਟਰੈਂਥ ਘਟਾ ਕੇ 3 ਕਰ ਦਿੱਤੀ ਗਈ ਅਤੇ ਉਸ ਤੋਂ ਇਲਾਵਾ ਜਿਹੜਾ ਕਮਾਂਡਰ ਇਨ ਚੀਫ ਦੀ ਪੋਸਟ ਹੈ ਤਾਂ ਉਹ ਉਹਨਾਂ ਵਿੱਚੋਂ ਹੀ 3 ਮੈਂਬਰਸ ਨੂੰ ਸੰਭਾਲਣੀ ਪੈਂਦੀ ਸੀ ਅਤੇ ਨਾਲ ਹੀ ਕੁਛ ਐਮਰਜੈਂਸੀ ਪ੍ਰੋਵੀਜ਼ਨਸ ਵੀ ਅਟੈਚ ਕੀਤੀਆਂ ਗਈਆਂ ਇਹਦੀਆਂ। ਅਤੇ ਉਸ ਤੋਂ ਇਲਾਵਾ ਇੰਪੋਰਟੈਂਟ ਪਾਰਟ ਹੈ ਕਿ ਗਵਰਨਰ ਜਨਰਲ ਵਾਜ਼ ਗਿਵਨ ਦੀ ਰਾਈਟ ਆਫ ਵੀਟੋ, ਕਿ ਵੀਟੋ ਦੀ ਰਾਈਟ ਦੇ ਦਿੱਤੀ ਬਾਈ ਪਿਟਸ ਇੰਡੀਆ ਐਕਟ ਕਿ ਗਵਰਨਰ ਜਨਰਲ ਆਪਦੀ ਮਰਜ਼ੀ ਨਾਲ ਜੇ ਉਹਨੂੰ ਕੋਈ ਫੈਸਲਾ ਕੌਂਸਲ ਦਾ ਪਸੰਦ ਨਹੀਂ ਤਾਂ ਉਹਨੂੰ ਕੈਂਸਲ ਕਰ ਸਕਦਾ ਹੈ, ਉਹਨੂੰ ਵੀਟੋ ਦੀ ਰਾਈਟ ਮਿਲ ਗਈ। ਤਾਂ ਇੰਨੇ ਹੀ ਕੁਐਸਚਨ ਸੀ 2018 ਦੇ ਹਿਸਟਰੀ ਦੇ ਪੇਪਰ ਲਈ। ਧੰਨਵਾਦ ਦੋਸਤੋ।